ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋਂ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ। ਭਗਤਾਂ ਦੀ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਗੋੜੀ ਪੂਰਵੀ ਰਵਿਦਾਸ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਕੂਪ ਭਰਿਓ ਜੈਸੇ ਦਾਦਿਰਾ, ਕਛ ਦੇਸ ਵਿਦੇਸ ਨ ਬੂਝ। ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨ ਸੂਝ। ਇਹ ਪਾਵਨ ਸ਼ਬਦ ਵਿਚਾਰਾਂਗੇ। ਮਨੋਬਿਰਤੀਆਂ ਇਕਾਗਰ ਕਰੋ ਜੀ। ਫਤਿਹ ਦੀ ਸਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋੜੀ ਪੂਰਬੀ ਗੌੜੀ ਪੂਰਬੀ ਰਵਿਦਾਸ ਜੀਓ, ਰਵਿਦਾਸ ਜੀਓ। ਇੱਕ ਓੰਕਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ। ਕੂਪ ਭਰਿਓ ਜੈਸੇ ਦਾਦਿਰਾ, ਕੂਪ ਭਰਿਓ ਜੈਸੇ ਦਾਦਿਰਾ, ਕਛ ਦੇਸ ਵਿਦੇਸ ਨਾ ਬੂਝ। ਕਛ ਦੇਸ ਵਿਦੇਸ ਨ ਬੂਝ। ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨ ਸੂਝ। ਕਛ ਆਰਾ ਪਾਰ ਨ ਸੂਝ। ਸਗਲ ਭਵਨ ਕੇ ਨਾਇਕਾ, ਸਗਲ ਭਵਨ ਕੇ ਨਾਇਕਾ। ਇਕ ਛਿਨ ਦਰਸ ਦਿਖਾਏ ਜੀ, ਇਕ ਛਿਨ ਦਰਸ ਦਿਖਾਏ ਜੀ। ਰਹਾਉ ਰਹਾਉ ਮਲਿਨ ਪਹੀ ਮਤ ਮਾਧਵਾ, ਮਲਿਨ ਭਈ ਮਤ ਮਾਧਵਾ। ਤੇਰੀ ਗਤ ਲਖੀ ਨ ਜਾਏ, ਤੇਰੀ ਗਤ ਲਖੀ ਨ ਜਾਏ। ਕਰੋ ਕਿਰਪਾ ਬ੍ਰਹਮ ਚੂਕਈ, ਕਰੋ ਕਿਰਪਾ ਬ੍ਰਹਮ ਚੂਕਈ। ਮੈਂ ਸੁਮਤ ਦੇ ਸਮਝਾਏ, ਮੈਂ ਸੁਮਤ ਦੇ ਸਮਝਾਏ। ਜੋਗੀ ਸਰ ਪਾਵੈ ਨਹੀਂ, ਜੋਗੀ ਸਰ ਪਾਵੈ ਨਹੀਂ। ਤਵੈ ਗੁਣ ਕਥਨ ਅਪਾਰ, ਤਵੈ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਣੈ, ਪ੍ਰੇਮ ਭਗਤ ਕੈ ਕਾਰਣੈ। ਕਹੋ ਰਵਿਦਾਸ ਚਮਾਰ, ਕਹੋ ਰਵਿਦਾਸ ਚਮਾਰ।
जोगी सर पावै नहीं, जोगी सर पावै नहीं। त्वै गुण कथन अपार, तै गुण कथन अपार। प्रेम भगत कै कारणै, प्रेम भगत कै कारणै। कहो रविदास चमार, कहो रविदास चमार। वाहिगुरु जी का खालसा, वाहिगुरु जी की फतेह। भगत रविदास जी उस प्रभु दे ਦੀਦਾਰ ਦੀ, ਦਰਸ਼ਨਾਂ ਦੀ ਮੰਗ ਕਰ ਰਹੇ ਹਨ। ਜਿਸ ਪ੍ਰਭੂ ਤੋਂ ਅਸੀਂ ਕੀਤੇ ਹੋਏ ਕਰਮਾਂ ਕਰਕੇ ਵਿਛੜ ਜਾਂਦੇ ਹਾਂ, ਜਿਸ ਨੂੰ ਅਸੀਂ 12 ਮਾਹ ਦੇ ਵਿੱਚ ਪੜ੍ਹਦੇ ਹਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਵਾਹਿਗੁਰੂ, ਅਸੀਂ ਕੀਤੇ ਕਰਮਾਂ ਕਰਕੇ ਤੇਰੇ ਨਾਲੋਂ ਵਿਛੜ ਗਏ ਹਾਂ। ਹੇ ਪ੍ਰਭੂ, ਤੂੰ ਆਪ ਕਿਰਪਾ ਕਰ, ਕਿਰਪਾ ਕਰਕੇ ਆਪਣੇ ਨਾਲ ਮਿਲਾ। ਇੱਥੇ ਵੀ ਇੱਕ ਬੇਨਤੀ ਹੈ, ਇੱਕ ਤਰਲਾ ਹੈ, ਇੱਕ ਅਰਜ਼ੋਈ ਹੈ ਪ੍ਰਭੂ ਦੇ ਚਰਨਾਂ ਵਿੱਚ। ਆਖਣ ਲੱਗੇ ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ ਰਹਾਉ। ਸਗਲ ਭਵਨ ਦਾ ਅਰਥ ਹੁੰਦਾ ਹੈ ਜਿਹੜਾ ਕਿ ਸਾਰੇ ਭਵਨਾਂ ਦਾ, ਨਾਇਕਾ ਦਾ ਅਰਥ ਹੁੰਦਾ ਹੈ ਆਗੂ, ਸਰਦਾਰ, ਮਾਲਕ। ਸੰਬੋਧਨ ਕਰ ਰਹੇ ਹਨ ਕਿ ਇਹ ਸਾਰੇ ਭਵਨਾਂ ਦੇ ਮਾਲਕ, ਇੱਕ ਕਿਰਪਾ ਕਰ, ਇੱਕ ਛਿਨ ਦਰਸ ਦਿਖਾਏ ਜੀ, ਮੈਨੂੰ ਇੱਕ ਖਿੰਨ ਭਰ ਲਈ ਦੀਦਾਰ ਦੇ, ਆਪਣੇ ਦਰਸ਼ਨ ਬਖਸ਼, ਇੱਕ ਖਿੰਨ ਮਾਤਰ ਸਮੇਂ ਵਾਸਤੇ। ਆਓ ਕਿਸ ਪ੍ਰਭੂ ਦੇ ਦੀਦਾਰ ਦੀ ਇੱਥੇ ਭਗਤ ਰਵਿਦਾਸ ਜੀ ਮੰਗ ਕਰ ਰਹੇ ਹਨ ਕਿ ਹੇ ਵਾਹਿਗੁਰੂ ਆਪਣਾ ਦੀਦਾਰ ਬਖਸ਼। ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਾਂਗੇ, ਪੜ੍ਹਾਂਗੇ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਇਹ ਗੱਲ ਦੀ ਸੋਝੀ ਆਉਂਦੀ ਹੈ ਕਿ ਇੱਕ ਪਾਸੇ ਸਤਿਗੁਰ ਕਹਿੰਦੇ ਨੇ ਕਿ ਉਹ ਪਰਮਾਤਮਾ ਨਿਰੰਜਨ ਹੈ, ਉਹਦਾ ਕੋਈ ਚੱਕਰ ਚਿਹਨ ਨਹੀਂ, ਅਤੇ ਉਸ ਪਰਮਾਤਮਾ ਦਾ ਇੱਕ ਖਿੰਨ ਮਾਤਰ ਵਾਸਤੇ ਜਿਹੜਾ ਭਗਤ ਰਵਿਦਾਸ ਜੀ ਦਰਸ਼ਨ ਮੰਗ ਰਹੇ ਨੇ, ਇਹ ਕਿੱਦਾਂ ਦਾ ਦਰਸ਼ਨ ਹੈ? ਕਿ ਪਰਮਾਤਮਾ ਦਾ ਕੋਈ ਸਰੂਪ ਵੀ ਹੁੰਦਾ ਹੈ? ਪਰਮਾਤਮਾ ਕੋਈ ਦਿਖਾਈ ਦੇਣ ਵਾਲੀ ਹਸਤੀ ਵੀ ਹੈ? ਕਿਉਂਕਿ ਜੇ ਅਕਾਲ ਪੁਰਖ ਵਾਹਿਗੁਰੂ ਨਿਰੰਜਨ ਹੈ, ਨਿਰਆਕਾਰ ਹੈ, ਨਿਰਲੰਭ ਹੈ, ਤੇ ਉਸਨੂੰ ਇੱਕ ਖਿੰਨ ਮਾਤਰ ਸਮੇਂ ਦੇ ਲਈ ਕਿਵੇਂ ਦੇਖੀਏ? ਇੱਕ ਸਵਾਲ ਖੜਾ ਹੁੰਦਾ ਹੈ। ਜਦ ਹੈ ਹੀ ਉਹ ਨਿਰੰਜਨ ਹੈ, ਨਿਰਆਕਾਰ ਹੈ, ਆਕਾਰ ਤੋਂ ਰਹਿਤ ਹੈ, ਆਸਰੇ ਤੋਂ ਰਹਿਤ ਹੈ, ਫਿਰ ਉਹ ਕੀ ਦਰਸ਼ਨ ਕਰਨਾ ਚਾਹੁੰਦੇ ਨੇ ਭਗਤ ਰਵਿਦਾਸ ਜੀ ਖਿੰਨ ਮਾਤਰ ਸਮੇਂ ਵਾਸਤੇ? ਅਸਲ ਵਿੱਚ ਭਗਤ ਰਵਿਦਾਸ ਜੀ ਪ੍ਰਭੂ ਨੂੰ ਸੰਬੋਧਨ ਕਰਦਿਆਂ ਆਵਾਜ਼ ਮਾਰ ਕੇ ਆਖ ਰਹੇ ਨੇ ਕਿ ਹੇ ਪ੍ਰਭੂ, ਤੂੰ ਮੈਨੂੰ ਇੱਕ ਖਿੰਨ ਭਰ ਸਮੇਂ ਲਈ ਆਪਣੇ ਅਨੁਭਵ ਦਰਸ਼ਨ ਬਖਸ਼, ਮੈਂ ਤੈਨੂੰ ਅਨੁਭਵ ਕਰ ਸਕਾਂ ਇੱਕ ਖਿੰਨ ਸਮੇਂ ਵਾਸਤੇ, ਇੱਕ ਛਿਨ ਵਾਸਤੇ, ਇੱਕ ਪਲ ਭਰ ਲਈ। ਇੱਕ ਵਾਰੀ ਮੈਂ ਤੈਨੂੰ ਅਨੁਭਵ ਕਰ ਸਕਾਂ, ਕਿਉਂਕਿ ਉਸਦਾ ਅਨੁਭਵ ਹੋ ਜਾਣਾ ਹੀ ਉਸਦੇ ਦਰਸ਼ਨ ਹਨ। ਉਸ ਨੂੰ ਵੀ ਭਗਤ ਰਵਿਦਾਸ ਜੀ ਨੇ ਆਖਿਆ ਸੀ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਹਿਓ ਦਰਸ਼ਨ ਦੇਖੇ। ਬੜੇ ਚਿਰਾਂ ਤੋਂ ਬਾਅਦ ਤੇਰੇ ਦਰਸ਼ਨ ਦੇਖੇ ਨੇ, ਪਾਓ ਕਿ ਤੈਨੂੰ ਅਨੁਭਵ ਕੀਤਾ ਹੈ। ਬਹੁਤ ਸਾਰੇ ਜਨਮ ਵਿਛੜ ਗਏ ਤੇਰੇ ਅਨੁਭਵ ਤੋਂ ਬਿਨਾਂ, ਤੇਰੇ
ਇਹ ਅਨੁਭਵ ਦਰਸ਼ਨ ਤੋਂ ਬਿਨਾਂ, ਕਿਉਂਕਿ ਰੱਬ ਨੂੰ ਕੇਵਲ ਅਨੁਭਵ ਕੀਤਾ ਜਾ ਸਕਦਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਦੇਖ ਵੇ ਕੋ ਦ੍ਰਿਸ਼ਟ ਨਾ ਦਰਸ ਦਿਖਾਏ ਵੇ ਕੋ, ਕੈਸੇ ਪ੍ਰੈ ਦਰਸ਼ਨ ਦੇਖੀਏ ਦਿਖਾਈਏ। ਦੇਖਣ ਵਾਸਤੇ ਦ੍ਰਿਸ਼ਟੀ ਨਹੀਂ, ਨਾ ਕੋਈ ਦਰਸ ਦਿਖਾ ਸਕਦਾ ਹੈ, ਤੇ ਪ੍ਰਭੂ ਦੇ ਦਰਸ਼ਨ ਫਿਰ ਕਿਵੇਂ ਕਰੀਏ, ਕਿਵੇਂ ਦਰਸ਼ਨ ਉਹਦੇ ਦਿਖਾਈਏ, ਕਿਵੇਂ ਉਹਦੇ ਦਰਸ਼ਨ ਕਰੀਏ, ਦਰਸ਼ਨ ਕੀਤੇ ਕਿਵੇਂ ਜਾਣ। ਔਰ ਫਿਰ ਜਿਹੜੀਆਂ ਅੱਖਾਂ ਨੇ ਦਰਸ਼ਨ ਕਰਨੇ, ਜਿਨ੍ਹਾਂ ਦਾ ਕੰਮ ਦੇਖਣਾ ਹੁੰਦਾ ਹੈ, ਤੇ ਗੁਰਬਾਣੀ ਕਹਿੰਦੀ ਹੈ ਕਿ ਇਹਨਾਂ ਅੱਖਾਂ ਨੇ ਰੱਬ ਨੂੰ ਦੇਖਣਾ ਨਹੀਂ, ਕਿਉਂਕਿ ਨਾਨਕ ਸੇ ਅਖੜੀਆਂ ਬੇਅੰਨ ਜਿਨੀ ਦਿਸਣ ਤੋਂ ਮਾਪਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਦੇਖਣਾ ਹੈ। ਉਸ ਨੂੰ ਤੇ ਮਹਾਰਾਜ ਕਹਿੰਦੇ, ਅੱਖੀ ਬਾਝੋਂ ਵੇਖਣਾ ਬਿਨ ਕੰਨਾ ਸੁਣਨਾ, ਅੱਖਾਂ ਤੋਂ ਬਿਨਾਂ ਦੇਖਣਾ। ਤੇ ਸਾਡੇ ਕੋਲ ਦਰਸ਼ਨ ਵਾਸਤੇ ਰੱਬ ਨੇ ਅੱਖਾਂ ਦਿੱਤੀਆਂ। ਫਿਰ ਉਹ ਇੱਕ ਖਿੰਦ ਦਾ ਦਰਸ਼ਨ ਕੀ ਹੈ? ਗੱਲ ਯਾਦ ਰੱਖਣਾ, ਇਹਨਾਂ ਅੱਖਾਂ ਨੇ ਉਹੀ ਚੀਜ਼ਾਂ ਦੇਖਣੀਆਂ ਨੇ ਜਿਸ ਦਾ ਕੋਈ ਸਰੂਪ ਹੈ, ਜਿਸ ਦਾ ਕੋਈ ਰੂਪ ਹੈ, ਜਿਹਦਾ ਕੋਈ ਚੱਕਰ ਚਿੰਨ੍ਹ ਹੈ, ਜਿਹਦੀ ਕੋਈ ਮੂਰਤੀ ਹੈ। ਪਰ ਪਰਮਾਤਮਾ ਤਾਂ ਮੂਰਤ ਨਹੀਂ ਹੈ। ਇਹ ਤਾਂ ਦ੍ਰਿਸ਼ਮਾਨ ਚੀਜ਼ਾਂ ਨੂੰ ਇਹ ਅੱਖਾਂ ਦੇਖ ਸਕਦੀਆਂ, ਅਦ੍ਰਿਸ਼ਟ ਨੂੰ ਇਹ ਅੱਖਾਂ ਨਹੀਂ ਦੇਖ ਸਕਦੀਆਂ। ਪਰ ਇੱਕ ਖਿੰਦ ਦਾ ਦਰਸ਼ਨ ਮੰਗ ਰਹੇ ਨੇ, ਪਲ ਭਰਲੇ ਲਈ ਦੀਦਾਰ ਦੀ ਮੰਗ ਕਰ ਰਹੇ ਹਨ, ਔਰ ਉਸ ਦਾ ਅਨੁਭਵ ਹੋ ਜਾਣਾ। ਕਿਉਂਕਿ ਜੇ ਇੱਕ ਖਿੰਡ ਵੀ ਪਰਮਾਤਮਾ ਨੂੰ ਆਪਾਂ ਅਨੁਭਵ ਕਰ ਲਿਆ ਨਾ, ਤਾਂ ਸਾਡੀ ਜਨਮ ਜਨਮਾਂਤਰਾਂ ਦੀ ਮੈਲ ਕੱਟੀ ਜਾਣੀ ਹੈ। ਉਹ ਸਾਨੂੰ ਅਨੁਭਵ ਹੀ ਨਹੀਂ ਹੋ ਪਾਉਂਦਾ। ਜਿਸ ਤਰ੍ਹਾਂ ਕਹਿ ਲਵਾਂ, ਪੂਰੀ ਜ਼ਿੰਦਗੀ ਦਾ ਜਪ ਤਪ ਪਾਠ ਪੂਜਾ ਧਰਮ ਕਰਮ ਦਾਨ ਜੋ ਵੀ ਅਸੀਂ ਕਰਦੇ ਹਾਂ, ਉਹ ਇੱਕ ਖਿੰਡ ਵਾਸਤੇ ਹੀ ਹੈ। ਕਿਉਂਕਿ ਜੇ ਇੱਕ ਖਿੰਡ ਦਰਸ਼ਨ ਹੋ ਗਏ, ਤੇ ਦਸਵੇਂ ਪਾਤਸ਼ਾਹ ਨੇ ਬੜੀ ਨੇੜੇ ਗੱਲ ਕੀਤੀ। ਮਰ ਕਹਿੰਦੇ ਕਿ ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਚਿੱਤ ਕਰਕੇ ਜੇ ਇੱਕ ਛਿਨ ਧਿਆ ਲਿਆ ਨਾ, ਤੇ ਕਾਲ ਦੀ ਫਾਈ ਤੋਂ ਬਚ ਜਾਂਦਾ ਬੰਦਾ। ਇਸ ਕਰਕੇ ਭਗਤ ਰਵਿਦਾਸ ਕਹਿੰਦੇ, ਇੱਕ ਖਿੰਦ ਦਾ ਦਰਸ਼ਨ ਬਖਸ਼, ਤਾਂ ਕਿ ਕਾਲਾਂ ਦੀ ਫਾਈ ਤੋਂ ਮੇਰਾ ਬਚਾਅ ਹੋ ਸਕੇ। ਇੱਕ ਖਿੰਦ ਦਾ ਦਰਸ਼ਨ। ਤੇ ਮੈਂ ਕਈ ਵਾਰੀ ਬੇਨਤੀ ਕਰਦਾ ਵੀ ਉਹ ਖਿੰਦ ਦਾ ਦਰਸ਼ਨ ਰੋਜ਼ ਰੋਜ਼ ਇਸ ਕਰਕੇ ਅਸੀਂ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਪਾਠ ਕਰਦੇ ਹਾਂ, ਕਿ ਸਾਡੀ ਜ਼ਿੰਦਗੀ ਵਿੱਚ ਵੀ ਉਹ ਖਿੰਦ ਆਵੇ। ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਅਜੇ ਤਾਂ ਅਸੀਂ ਰੱਬ ਦੀਆਂ ਗੱਲਾਂ ਕਰ ਰਹੇ ਹਾਂ। ਕੇਵਲ ਉਸ ਦੀਆਂ ਗੱਲਾਂ ਹਨ, ਪਰ ਉਸ ਦੀ ਨੇੜਤਾ ਦਾ ਅਨੁਭਵ ਹੋ ਜਾਣਾ, ਖਸਮ ਦੀ ਨਜ਼ਦੀਕੀ ਨੂੰ ਮਾਣ ਲੈਣਾ। ਜਿਹੜਾ ਪ੍ਰਭੂ ਸਾਡਾ ਖਸਮ ਹੈ ਸਭਨਾਂ ਦਾ, ਉਸ ਦੀ ਨੇੜਤਾ ਨੂੰ ਅਨੁਭਵ ਕਰ ਲੈਣਾ, ਉਸ ਨੂੰ ਮਾਣ ਲੈਣਾ, ਉਸ ਨੂੰ ਆਪਣੀ ਹਿਰਦੇ ਰੂਪੀ ਸੇਜਾ 'ਤੇ ਬਿਰਾਜਮਾਨ ਕਰ ਲੈਣਾ, ਇਹ ਬੜਾ ਔਖਾ ਕੰਮ ਹੈ। ਔਰ ਜੇ ਇੱਕ ਚਿੱਤ ਕਰਕੇ ਇੱਕ ਖਿੰਡ ਮਾਤਰ ਸਮੇਂ ਲਈ ਦਰਸ਼ਨ ਹੋ ਜਾਂਦੇ ਨੇ, ਫਿਰ ਇਹ ਜਨਮ ਮਰਨ ਦੀ ਫਾਈ ਕੱਟੀ ਜਾਂਦੀ ਹੈ। ਫਿਰ ਅਸੀਂ ਮੁਕਤ ਹੋ ਜਾਂਦੇ ਹਾਂ, ਫਿਰ ਪ੍ਰਭੂ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੇ ਹਾਂ। ਇਸ ਕਰਕੇ ਇੱਕ ਖਿੰਡ ਮਾਤਰ ਸਮੇਂ ਵਾਸਤੇ ਦੀਦਾਰ ਦੀ ਮੰਗ ਕਰ ਰਹੇ ਨੇ ਭਗਤ ਰਵਿਦਾਸ ਜੀ। ਇੱਕ ਖਿੰਡ ਉਹੀ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ ਕਿ ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਨ੍ਹਾਂ ਨੇ ਇੱਕ ਚਿੱਤ ਕਰਕੇ ਇੱਕ ਛਿਨ ਪਰ ਸਮੇਂ ਲਈ ਪਰਮਾਤਮਾ ਨੂੰ ਧਿਆ ਲਿਆ, ਪਰਮਾਤਮਾ ਨੂੰ ਸਿਮਰ ਲਿਆ, ਪਰਮਾਤਮਾ ਨੂੰ ਅਨੁਭਵ ਕਰ ਲਿਆ, ਇੱਕ ਖਿੰਡ ਭਰ ਸਮੇਂ ਵਾਸਤੇ ਅੰਦਰ ਦੀ ਸਾਰੀ ਮੈਲ ਧੋਤੀ ਜਾਣੀ ਹੈ। ਕਿ ਸਾਰੇ ਭਵਨਾਂ ਦੇ ਨਾਇਕਾ ਪਾਓ, ਕਿ ਇਹ ਅਨੁਭਵ ਕਰਾ ਦੇ ਕਿ ਤੂੰ ਸਾਰੇ ਭਵਨਾਂ ਵਿੱਚ ਵਸਿਆ ਹੋਇਆ ਹੈ, ਸਾਰੇ ਸਰੀਰਾਂ ਵਿੱਚ ਵਸਿਆ ਹੋਇਆ ਹੈ, ਘਟ ਘਟ ਦੇ ਵਿੱਚ ਵਸਿਆ ਹੋਇਆ ਹੈ। ਇਹ ਮੈਨੂੰ ਕਿਤੇ ਅਨੁਭਵ ਹੋ ਜਾਏ, ਔਰ ਇੱਕ ਖਿੰਡ ਮਾਤਰ ਸਮੇਂ ਵਾਸਤੇ ਅਨੁਭਵ ਹੋ ਜਾਏ ਬਸ।
ਕਿਉਂਕਿ ਜੇ ਕਿਸੇ ਨੂੰ ਇੱਕ ਖਿਣ ਮਾਤਰ ਸਮੇਂ ਲਈ ਦਰਸ਼ਨ ਹੋ ਗਿਆ ਪ੍ਰਭੂ ਦਾ, ਫਿਰ ਉਸ ਤੋਂ ਦੂਰ ਨਹੀਂ ਜਾ ਸਕਦਾ, ਉਹਦੀ ਯਾਦ ਤੋਂ ਦੂਰ ਨਹੀਂ ਜਾ ਸਕਦਾ। ਉਹਦੀ ਯਾਦ ਸਦੀਵ ਲਈ ਉਹਦੇ ਹਿਰਦੇ 'ਚ ਟਿਕ ਜਾਏਗੀ। ਜੇ ਉਹਦਾ ਪ੍ਰਕਾਸ਼, ਉਸਦਾ ਚਾਨਣ ਅਸੀਂ ਦੇਖ ਲਈਏ। ਫਿਰ ਭਗਤ ਰਵਿਦਾਸ ਜੀ ਕਹਿੰਦੇ ਨੇ, ਇਹ ਪਾਵਨ ਸ਼ਬਦ ਗੌੜੀ ਪੂਰਬੀ, ਭਾਵ ਕਿ ਗੌੜੀ ਰਾਗ ਦੀ ਕਿਸਮ ਹੈ ਪੂਰਬੀ, ਉਸ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ ਰਵਿਦਾਸ ਜੀ। ਉਹ ਰਵਿਦਾਸ ਜੀ ਦਾ ਸ਼ਬਦ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਹੈ। ਅਤੇ ਪਹਿਲੇ ਬੰਦ ਵਿੱਚ ਕਹਿ ਰਹੇ ਨੇ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਆਖਣ ਲੱਗੇ ਜਿਵੇਂ ਕੋਈ ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ। ਕਹਿੰਦੇ ਉਹਨਾਂ ਡੱਡੂਆਂ ਨੂੰ ਕੋਈ ਵਾਕਫੀਅਤ ਨਹੀਂ ਹੁੰਦੀ, ਜਾਣਕਾਰੀ ਨਹੀਂ ਹੁੰਦੀ ਕਿ ਇਸ ਖੂਹ ਤੋਂ ਬਾਹਰ ਵੀ ਕੋਈ ਹੋਰ ਦੇਸ਼ ਜਾਂ ਪਰਦੇਸ ਵੀ ਹੈ। ਉਹਨਾਂ ਨੂੰ ਉਹ ਖੂਹ ਹੀ ਦੇਸ਼ ਲੱਗਦਾ, ਉਹੀ ਪਰਦੇਸ ਲੱਗਦਾ। ਇੱਕ ਛਾਲ ਮਾਰਨਗੇ ਪਰਦੇਸ ਆ ਗਏ, ਇੱਕ ਛਾਲ ਮਾਰਨਗੇ ਦੇਸ਼ ਆ ਗਏ। ਉਹਨਾਂ ਡੱਡੂਆਂ ਵਾਸਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਉਹ ਖੂਹ ਹੀ ਸਭ ਕੁਝ, ਉਸ ਤੋਂ ਬਾਹਰ ਵੀ ਕੋਈ ਦੁਨੀਆ, ਉਹਨਾਂ ਦਾ ਕੋਈ ਵਾਸਤਾ ਨਹੀਂ ਹੈ। ਪਰ ਐਸਾ ਤਾਂ ਨਹੀਂ ਵੀ ਬਾਹਰ ਦੁਨੀਆ ਨਹੀਂ ਹੈ, ਖੂਹ ਤੋਂ ਬਾਹਰ ਕੁਛ ਨਹੀਂ ਹੈ। ਆਖਣ ਲੱਗੇ ਇਸ ਤਰ੍ਹਾਂ ਹੀ ਸਾਡੇ ਮਨ ਦੀ ਹਾਲਤ ਹੈ। ਆਖਣ ਲੱਗੇ ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨਾ ਸੂਝ। ਆਖਣ ਲੱਗੇ ਤਿਵੇਂ ਮੇਰਾ ਮਨ ਮਾਇਆ ਦੇ ਖੂਹ ਵਿੱਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ ਮਾਇਆ ਦੇ ਖੂਹ ਵਿੱਚੋਂ ਨਿਕਲਣ ਲਈ ਕੋਈ ਉਰਲਾ ਅਤੇ ਪਾਰਲਾ ਬੰਨਾ ਨਹੀਂ ਸੁਝਦਾ, ਸਮਝ ਨਹੀਂ ਆਉਂਦੀ। ਉਰਲਾ ਜਾਂ ਪਾਰਲਾ ਬੰਨਾ ਵੀ ਕੋਈ ਹੈ? ਕਿਉਂਕਿ ਮਾਇਆ ਵਿੱਚ ਇਸ ਤਰ੍ਹਾਂ ਹੀ ਇਹ ਖਚਿਤ ਹੋਇਆ ਹੈ ਜਿਵੇਂ ਖੂਹ ਦੇ ਅੰਦਰ ਡੱਡੂ ਰਹਿੰਦਾ ਹੈ, ਅਤੇ ਇਸ ਨੂੰ ਹੋਰ ਕੋਈ ਦੇਸ਼ ਅਤੇ ਵਿਦੇਸ਼ ਸੁਝਦਾ ਨਹੀਂ ਹੈ, ਉਸਦੀ ਜਾਣਕਾਰੀ ਨਹੀਂ ਹੈ, ਵਾਕਫੀਅਤ ਨਹੀਂ ਹੈ। ਇਸ ਤਰ੍ਹਾਂ ਮੇਰੇ ਮਨ ਦੀ ਵੀ ਉਰਾਰਲਾ ਬੰਨਾ ਅਤੇ ਪਾਰਲਾ ਬੰਨਾ ਕੀ ਹੈ, ਇਸ ਦੀ ਵੀ ਮੇਰੇ ਮਨ ਨੂੰ ਸੋਝ ਨਹੀਂ ਹੈ ਕਿ ਇਸ ਮਾਇਆ ਦੇ ਵਿੱਚੋਂ ਕਿਵੇਂ ਕੱਢਿਆ ਜਾ ਸਕੇ। ਇਸ ਦੀ ਸੋਝੀ ਨਹੀਂ ਹੈ। ਇਹ ਮੇਰਾ ਮਨ ਇਸ ਤਰ੍ਹਾਂ ਫਸਿਆ ਹੋਇਆ ਇਸ ਮਾਇਆ ਦੇ ਅੰਦਰ। ਫਿਰ ਕਹਿਣ ਲੱਗੇ ਮਲਿਨ ਪਹੀ ਮਤ ਮਾਧਵਾ। ਇਹਨੂੰ ਪਾਠ ਮਲੀਨ ਨਹੀਂ ਪੜ੍ਹਾਂਗੇ, ਮਲਿਨ ਸਿਆਰੀ ਲੱਗੀ ਹੋਈ ਹੈ। ਜੇ ਬਿਹਾਰੀ ਹੁੰਦੀ ਪਾਠ ਹੁੰਦਾ ਮਲੀਨ, ਐਸੇ ਪਾਠ ਕਰਾਂਗੇ ਮਲਿਨ ਪਹੀ ਮਤ ਮਾਧਵਾ। ਹੇ ਪ੍ਰਭੂ ਮੇਰੀ ਅਕਲ ਵਿਕਾਰਾਂ ਨਾਲ ਮੈਲੀ ਹੋਈ ਪਈ ਹੈ। ਮੇਰੀ ਮਤ ਨੂੰ ਵਿਕਾਰਾਂ ਨੇ ਮੈਲਾ ਕਰ ਦਿੱਤਾ ਹੈ। ਵਿਕਾਰਾਂ ਰੂਪੀ ਮੈਲ ਮੇਰੀ ਮਤ ਨੂੰ ਲੱਗੀ ਹੋਈ ਹੈ। ਕਹਿੰਦੇ ਨੇ ਤੇਰੀ ਗਤ ਲਖੀ ਨਾ ਜਾਏ। ਇਸ ਵਾਸਤੇ ਮੈਨੂੰ ਤੇਰੀ ਗਤੀ ਦੀ ਪਹਿਚਾਣ ਨਹੀਂ ਆਉਂਦੀ, ਭਾਵ ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈ। ਕਿਉਂਕਿ ਮਤ ਨੇ ਹੀ ਰੱਬ ਨੂੰ ਸਮਝਣਾ ਹੈ, ਮਤ ਨੇ ਹੀ ਰੱਬ ਨੂੰ ਅਨੁਭਵ ਕਰਨਾ ਹੈ, ਅਤੇ ਮਤ ਹੈ ਮੈਲੀ। ਮਤ ਉਹ ਸੀਸਾ ਹੈ ਜਿਹਦੇ ਵਿੱਚ ਪ੍ਰਭੂ ਦਾ ਅਕਸ ਦੇਖਿਆ ਜਾ ਸਕਦਾ ਹੈ। ਮਤ ਉਹ ਦਰਪਣ ਹੈ ਜਿਹਦੇ ਵਿੱਚੋਂ ਰੱਬ ਦਾ ਦੀਦਾਰ ਕੀਤਾ ਜਾ ਸਕਦਾ ਹੈ। ਪਰ ਜੇ ਸੀਸਾ ਮੈਲਾ ਹੋਵੇ, ਆਪਣਾ ਅਕਸ ਉਸ ਦੇ ਵਿੱਚ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਮਤ ਮੈਲੀ ਹੋਵੇ, ਉਹਦੇ ਵਿੱਚੋਂ ਪ੍ਰਭੂ ਦਾ ਅਕਸ ਨਜ਼ਰ ਨਹੀਂ ਆਉਂਦਾ, ਜੇ ਮਤ ਮੈਲੀ ਹੋਵੇ ਤਾਂ। ਇਸ ਕਰਕੇ ਭਗਤ ਜੀ ਕਹਿ ਰਹੇ ਨੇ, ਹੇ ਮੇਰੇ ਪ੍ਰਭੂ ਮੇਰੀ ਅਕਲ ਵਿਕਾਰਾਂ ਨਾਲ ਮੈਲੀ ਹੋਈ ਪਈ ਹੈ। ਇਸ ਵਾਸਤੇ ਮੈਨੂੰ ਤੇਰੀ ਗਤੀ ਦੀ ਪਹਿਚਾਣ ਨਹੀਂ ਆਉਂਦੀ, ਤੇਰੀ ਅਵਸਥਾ ਦੀ ਪਹਿਚਾਣ ਨਹੀਂ ਆਉਂਦੀ। ਮੈਨੂੰ ਸਮਝ ਨਹੀਂ ਪੈਂਦੀ ਤੂੰ ਕਿਹੋ ਜਿਹਾ ਹੈ, ਕਿੱਦਾਂ ਦਾ ਤੂੰ। ਵਾਕਈ ਸਾਡੀ ਮਤ ਨੂੰ ਨਹੀਂ ਪਤਾ ਰੱਬ ਕਿੱਦਾਂ ਦਾ ਹੈ। ਜਿਵੇਂ ਕੋਈ ਕਹਿ ਦਿੰਦਾ ਸਾਡੀ ਮਤ ਉੱਦਾਂ ਮੰਨ ਲੈਂਦੀ ਹੈ, ਕਿਉਂਕਿ ਮਤ ਦਾ ਆਪਣਾ ਕੋਈ ਅਨੁਭਵ ਨਹੀਂ ਹੈ। ਵੈਸੇ ਵੀ ਜਿਸ ਨੂੰ ਅਸੀਂ ਦੇਖਿਆ ਨਾ ਹੋਵੇ, ਉਸਦੇ ਬਾਰੇ ਜਿੱਦਾਂ ਕੋਈ ਦੱਸੇ ਅਸੀਂ ਉੱਦਾਂ ਹੀ ਉਸਨੂੰ ਮੰਨ ਲੈਂਦੇ ਹਾਂ। ਉਹ ਤਾਂ ਦੇਖ ਕੇ ਅਤੇ ਵਰਤ ਕੇ ਪਤਾ ਚੱਲਦਾ ਵੀ ਉਹ ਕਿੱਦਾਂ ਦਾ ਹੈ। ਜਦ ਤੱਕ ਦੇਖੀਏ ਨਾ, ਜਾ ਕੇ ਵਰਤੀਏ ਨਾ, ਦੂਰੋਂ ਕੀ ਪਤਾ।
ਦੂਰੋਂ ਤਾਂ ਬਹੁਤ ਕੁਝ ਕਿਹਾ ਜਾ ਸਕਦਾ, ਚੰਗਾ ਵੀ ਆਖਿਆ ਜਾ ਸਕਦਾ, ਮਾੜਾ ਵੀ ਆਖਿਆ ਜਾ ਸਕਦਾ, ਪਰ ਕਿਸੇ ਨੂੰ ਦੇਖ ਕੇ, ਇਹਨੂੰ ਵਰਤ ਕੇ ਹੀ ਪਤਾ ਲੱਗਦਾ ਕਿਹੋ ਜਿਹਾ ਹੈ। ਹੁਣ ਮਲੀਨ ਮਤ ਜਿਹੜੀ ਹੈ ਉਹ ਨਾ ਰੱਬ ਨੂੰ ਦੇਖ ਸਕਦੀ ਹੈ, ਨਾ ਰੱਬ ਨਾਲ ਵਰਤ ਸਕਦੀ ਹੈ, ਤੇ ਉਹ ਕਿਹੋ ਜਿਹਾ ਕੀ ਪਤਾ ਲੱਗੇ ਸਾਨੂੰ? ਜਦ ਤੱਕ ਮਤ ਸਾਡੀ ਗੰਦੀ ਹੈ, ਮਤ ਮਲੀਨ ਹੈ, ਤੇ ਰੱਬ ਦਾ ਕਿਵੇਂ ਪਤਾ ਲੱਗੇ? ਫਿਰ ਕਹਿਣ ਲੱਗੇ, ਕਰੋ ਕਿਰਪਾ ਬ੍ਰਹਮ ਚੂਕਈ, ਮੈਂ ਸੁਮਤ ਦੇਹ ਸਮਝਾਏ। ਆਖਣ ਲੱਗੇ, ਹੇ ਪ੍ਰਭੂ ਕਿਰਪਾ ਕਰੋ। ਕਿਰਪਾ ਦਾ ਅਰਥ ਹੈ ਮਿਹਰ ਕਰ। ਮੈਂ ਸੁਮਤ ਦੇਹ ਸਮਝਾਏ, ਮੈਨੂੰ ਸੁਚੱਜੀ ਮਤ ਸਮਝਾ, ਤਾਂ ਕਿ ਮੇਰੀ ਭਟਕਣਾ ਮੁੱਕ ਜਾਏ। ਭਰਮ ਚੂਕਈ, ਮੇਰੀ ਭਟਕਣਾ ਦੂਰ ਹੋ ਜਾਏ। ਮੈਨੂੰ ਸੁਚੱਜੀ ਮਤ ਸਮਝਾ, ਕਿਉਂਕਿ ਮੇਰੇ ਕੋਲ ਜਿਹੜੀ ਮਤ ਹੈ ਨਾ, ਉਹ ਮਤ ਸੁਚੱਜੀ ਨਹੀਂ ਹੈ, ਚੱਜ ਵਾਲੀ ਨਹੀਂ ਹੈ। ਇਹ ਕੁਚੱਜੀ ਮਤ ਲਈ ਫਿਰਦਾ ਹਾਂ ਮੈਂ। ਇਸ ਕਰਕੇ ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਨੇ 2 ਬਾਣੀਆਂ ਉਚਾਰਨ ਕੀਤੀਆਂ ਸੋਹੀ ਰਾਗ 'ਚ। ਇੱਕ ਹੈ ਕੁਚੱਜੀ, ਇੱਕ ਹੈ ਸੁਚੱਜੀ। ਕੁਚੱਜੀ ਜਿਹੜੀ ਹੈ ਉਹ ਰੱਬ ਤੋਂ ਦੂਰ ਰਹਿੰਦੀ ਹੈ, ਸੁਚੱਜੀ ਰੱਬ ਦੇ ਨੇੜੇ ਰਹਿੰਦੀ ਹੈ। ਸੁਚੱਜੀ ਨੂੰ ਸਾਰੇ ਚੱਜ ਆਉਂਦੇ ਨੇ ਆਪਣੇ ਪਤੀ ਪਰਮਾਤਮਾ ਨੂੰ ਪ੍ਰਸੰਨ ਕਰਨ ਦੇ। ਕੁਚੱਜੀ ਨੂੰ ਕੋਈ ਮਤ ਨਹੀਂ ਹੈ ਕਿ ਮੈਂ ਆਪਣੇ ਖਸਮ ਵਾਹਿਗੁਰੂ ਨੂੰ ਕਿਵੇਂ ਪ੍ਰਸੰਨ ਕਰਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਭਗਤ ਰਵਿਦਾਸ ਜੀ ਕਹਿਣ ਲੱਗੇ, ਮੈਨੂੰ ਉਹ ਸੁਚੱਜੀ ਮਤ ਸਮਝਾ, ਤਾਂ ਕਿ ਮੇਰੀ ਜਿਹੜੀ ਭਟਕਣਾ ਅੰਦਰ ਬਣੀ ਹੋਈ ਹੈ, ਦੁਬਿਧਾ ਬਣੀ ਹੋਈ ਹੈ, ਇਹ ਮਿਟ ਜਾਏ। ਭਰਮ ਚੂਕਈ, ਭਟਕਣਾ ਦੂਰ ਹੋ ਜਾਏ। ਫਿਰ ਕਹਿਣ ਲੱਗੇ, ਜੋਗੀ ਸਰ ਪਾਵੈ ਨਹੀਂ, ਤੋਇ ਗੁਣ ਕਥਨ ਅਪਾਰ। ਹੇ ਮੇਰੇ ਪ੍ਰਭੂ, ਵੱਡੇ ਵੱਡੇ ਜੋਗੀ ਵੀ ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਤੋਇ ਦਾ ਅਰਥ ਹੈ ਤੇਰੇ, ਗੁਣ ਦਾ ਅਰਥ ਹੈ ਗੁਣਾ, ਕਥਨ ਅਪਾਰ ਦਾ ਅਰਥ ਹੈ ਬੇਅੰਤ ਗੁਣਾਂ ਦਾ ਕਥਨ ਨਹੀਂ ਕਰ ਸਕਦੇ, ਬੇਅੰਤ ਗੁਣਾਂ ਦਾ ਬਿਆਨ ਨਹੀਂ ਕਰ ਸਕਦੇ, ਅੰਤ ਨਹੀਂ ਪਾ ਸਕਦੇ। ਆਓ ਕਿ ਤੇਰੇ ਕਿਤਨੇ ਗੁਣ ਨੇ। ਜਿਸ ਕਰਕੇ ਭਗਤ ਜੀ ਕਹਿਣ ਲੱਗੇ, ਪ੍ਰੇਮ ਭਗਤ ਕੈ ਕਾਰਨ, ਕਹੋ ਰਵਿਦਾਸ ਚਮਾਰ। ਪਰ ਹੇ ਰਵਿਦਾਸ ਚਮਾਰ, ਆਖ ਤੂੰ ਪ੍ਰਭੂ ਦੀ ਸਿਫਤ ਸਲਾਹ ਕਰ, ਪਰਮਾਤਮਾ ਦੀ ਵਡਿਆਈ ਕਰ, ਤਾਂ ਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤ ਮਿਲ ਸਕੇ। ਪ੍ਰੇਮ ਭਗਤ ਕੈ ਕਾਰਨ ਹੈ। ਪ੍ਰੇਮ ਕੈ ਕਾਰਨ ਦਾ ਪ੍ਰੇਮ ਦੀ ਦਾਤ ਹਾਸਲ ਕਰਨ ਲਈ, ਭਗਤੀ ਅਤੇ ਪ੍ਰੇਮ ਦੀ 2 ਦਾਤਾਂ ਤੈਨੂੰ ਮਿਲ ਜਾਣ, ਪ੍ਰੇਮ ਦੀ ਦਾਤ ਤੇ ਪ੍ਰਭੂ ਦੀ ਭਗਤੀ ਦੀ ਦਾਤ। ਇਸ ਕਰਕੇ ਤੁਸੀਂ ਮਾਲਕ ਦੀ ਸਿਫਤ ਸਲਾਹ ਕਰ, ਮਾਲਕ ਦੀ ਵਡਿਆਈ ਕਰ, ਉਸਦੇ ਗੁਣ ਗਾ, ਉਹਨੂੰ ਕਥਨ ਕਰ, ਉਹਦੀ ਸਿਫਤ ਸਲਾਹ ਕਰ। ਜਿਸ ਪਰਮਾਤਮਾ ਨੂੰ ਕਥਨ ਕਰਨ ਵਾਲੇ ਜੋਗੀ ਸਰ ਅੰਤ ਨਹੀਂ ਪਾ ਸਕਦੇ, ਤੂੰ ਅੰਤ ਪਾਉਣ ਵਾਸਤੇ ਸਿਫਤ ਨਾ ਕਰ। ਭਗਤ ਜੀ ਕਹਿੰਦੇ ਨੇ, ਸਗੋਂ ਉਸ ਪਰਮਾਤਮਾ ਨੂੰ ਇਸ ਕਰਕੇ ਬਿਆਨ ਕਰ ਕਿ ਤੈਨੂੰ ਉਸ ਪਰਮਾਤਮਾ ਦੇ ਦਰੋਂ ਕਰੋਂ ਪ੍ਰੇਮ ਤੇ ਭਗਤੀ ਦੀ ਦਾਤ ਜਿਹੜੀ ਉਹ ਮਿਲ ਸਕੇ। ਕਿਉਂਕਿ ਉਸ ਦੀ ਸਿਫਤ ਸਲਾਹ ਕਰਕੇ ਪ੍ਰੇਮ ਦੀ ਦਾਤ ਮਿਲਦੀ ਹੈ, ਪਰਮਾਤਮਾ ਦੀ ਭਗਤੀ ਦੀ ਦਾਤ ਮਿਲਦੀ ਹੈ। ਇਸ ਕਰਕੇ ਪਿਆਰ ਵਾਲਿਓ, ਪ੍ਰਭੂ ਦੇ ਦਰ 'ਤੇ ਅਰਦਾਸ ਕਰੀਏ। ਹੇ ਪ੍ਰਭੂ, ਕਹਿੰਦੇ ਨੇ, ਮੇਰੇ ਮਾਇਆ ਮੋਹੇ ਮਨ ਨੂੰ ਆਪਣਾ ਦੀਦਾਰ ਬਖਸ਼ ਕੇ ਚੰਗੀ ਮਤ ਦੇਵੋ, ਚੰਗੇ ਪਾਸੇ ਲਾਵੋ, ਤਾਂ ਕਿ ਇਹ ਮਾਇਆ ਮੇਰੇ ਮਨ ਤੋਂ ਪਾਸੇ ਹੋ ਜਾਏ ਅਤੇ ਮੈਂ ਤੇਰੇ ਦੀਦਾਰ ਹੀ ਕਰਦਾ ਰਹਾਂ, ਤੇਰੇ ਨਾਲ ਜੁੜ ਜਾਵਾਂ। ਇੱਕ ਵਾਰੀ ਤੇਰੇ ਦੀਦਾਰ ਹੋ ਗਏ, ਇੱਕ ਵਾਰੀ ਤੇਰੀ ਸਮਝ ਆ ਗਈ, ਇੱਕ ਵਾਰੀ ਤੇਰਾ ਅਨੁਭਵ ਆ ਗਿਆ, ਅਤੇ ਮੈਨੂੰ ਸਮਝ ਆ ਜਾਵੇਗੀ ਕਿ ਇਹ ਜਿਹੜੀ ਮਾਇਆ ਵਿੱਚ ਮੈਂ ਗਲਤਾਨ ਹਾਂ, ਇਸ ਮਾਇਆ ਵਿੱਚ ਮੇਰਾ ਜਿਹੜਾ ਮਨ ਮੋਹਿਆ ਹੋਇਆ ਹੈ, ਇਹ ਤਾਂ ਸਭ ਕੁਝ ਨਾਸਵੰਤ ਹੈ। ਗੁਰੂ ਕਿਰਪਾ ਕਰੇ ਕਿਸੇ ਇਸ ਨਾਸਵੰਤਤਾ ਦੀ ਸਮਝ ਆ ਸਕੇ ਅਤੇ ਪ੍ਰਭੂ ਦੇ ਰੱਬੀ ਗੁਣ ਸਾਡੇ ਹਿਰਦੇ ਵਿੱਚ ਵਸ ਸਕਣ। ਇਸ ਲਈ ਸਾਰੇ ਗੁਰੂ ਚਰਨਾਂ 'ਚ ਅਰਦਾਸ ਕਰੀਏ ਕਿ ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ। ਇਤਨੇ ਬਚਨ ਪ੍ਰਵਾਨ ਕਰੋ, ਫਤਿਹ ਦੀ ਸਾਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।